पाकिस्तान का एक ऐसा गांव जो कुछ अरसा पहले गरीबी की लपेट में था, लेकिन बांसों की काश्तकारी ने इस गांव को अमीर तरीन गांव बना दिया। ये बांसों की काश्तकारी किस तरह होती है? इनदे तो सिरकियां बनदियां ने, लोकां दी छत्तां पांदे ने, हर जगह ते बांस इस्तेमाल होंदा है। तो फैल साहब, आप मुझे ये बताइएगा, आपका गांव बड़ा मकबूल तरीन है और कहा जाता है इसी बांसों के बिजनेस ने इसे इसी इलाके का सबसे अमीर तरीन गांव बना दिया है। कैसे बना ये? ਅੱਜ ਤੋਂ ਸਾਡੇ ਜਿਹੜੇ ਵਡੇਰੇ ਸੀ ਉਹਨਾਂ ਬਾਂਸਾਂ ਕਿਲੀਆਂ ਲਿਆਂਦੀਆਂ ਕਿਤੋਂ, ਪਤਾ ਨਹੀਂ ਕਿੱਥੋਂ ਲਿਆਏ ਜਾ ਕੇ। ਉਸ ਤੋਂ ਬਾਅਦ ਕਿਲੀਆਂ ਪੌਦੇ ਲਾਏ, ਉਸ ਤੋਂ ਬਾਅਦ ਫਸਲ ਤਿਆਰ ਹੋਈ। ਉਸ ਤੋਂ ਉਦੋਂ ਰੇਟ ਕੋਈ ਨਹੀਂ ਹੁੰਦਾ ਸੀ, 25-30 ਹਜ਼ਾਰ ਦਾ ਮਸਲ ਕਿੱਲਾ ਵਿਕਦਾ ਹੁੰਦਾ ਸੀ। ਅੱਛਾ, ਮੈਨੂੰ ਇਹ ਦੱਸੋ ਕਿ ਇਸ ਗਾਂव ਦੇ ਵਿੱਚ ਕਿੰਨੀ ਜ਼ਮੀਨ ਹੈ ਤੇ ਕਿੰਨੀ ਜ਼ਮੀਨ ਦੇ ਵਿੱਚ ਇਹ ਬਾਂਸਿਆਂ ਦੀ ਫਸਲ ਤੇ ਕਾਸ਼ਤਕਾਰੀ ਕੀ ਜਾਂਦੀ ਹੈ? ਇਹ ਨਿਜ਼ਾਮਪੁਰੇ 72 ਮਰਬੇ ਜ਼ਮੀਨ ਹੈ ਤੇ ਉਸ ਤਕਰੀਬਨ 70 ਕੁ ਮਰਬੇ ਹੋਣਗੇ ਜਿਹੜੇ ਵਾਂ ਜ਼ਿਮੀਂਦਾਰਾਂ ਨੇ ਲਾਏ ਨੇ ਆਪੋ ਆਪਣੀ ਜ਼ਮੀਨ 'ਚ। ਅੱਛਾ, ਸਾਰੇ ਜਿਹੜੇ ਵੀ ਇੱਥੋਂ ਦੇ ਜ਼ਿਮੀਂਦਾਰ ਹੈਗੇ ਨੇ ਹਾਂਜੀ, ਉਹ ਸਿਰਫ ਇਹੀ ਬਿਜ਼ਨਸ ਕਰਦੇ ਨੇ, ਹੋਰ ਕੋਈ ਫਸਲ ਨਹੀਂ ਕਰਦੇ? ਜ਼ਿਮੀਂਦਾਰ ਬਸ ਆ ਵਾਂਸਾਂ ਦਾ ਕੰਮ ਕਰਦੇ, ਨਾਲ ਗੁਲਾਬ ਦਾ ਕਰਦੇ ਨੇ, ਨਾਲ ਅੱਛਾ। ਵਾਂਸਾਂ ਦੀਆਂ ਪੱਠੀਆਂ ਲਾਈਆਂ ਪਤੋ ਕੀ, ਆਪੋ ਅੱਛਾ। ਆਪਣਾ ਕਾਰੋਬਾਰ ਲੋਕਾਂ ਨੇ ਕੀਤਾ। ਅੱਛਾ, ਮੈਨੂੰ ਇਹ ਦੱਸੋ ਕਿ ਇਹਦਾ ਕੀ ਪ੍ਰੋਸੀਜਰ ਹੈ, ਕਿਵੇਂ ਇਹਨੂੰ ਸਟਾਰਟ ਕੀਤਾ ਜਾਂਦਾ ਹੈ, ਕਿਹੜੀ ਜ਼ਮੀਨ ਵਿੱਚ ਇਹਨੂੰ ਪਹਿਲੇ ਤਿਆਰ ਕੀਤਾ ਜਾਂਦਾ, ਕੀ ਚੀਜ਼ ਪਹਿਲੇ ਚਾਹੀਦੀ ਹੈ? ਪਹਿਲੇ ਸਭ ਤੋਂ ਪਹਿਲਾਂ ਜ਼ਮੀਨ ਦਾ ਵਾਂਸਾਂ ਦੀਆਂ ਕਿੱਲੀਆਂ ਚਾਹੀਦੀਆਂ, ਉਸ ਤੋਂ ਬਾਅਦ ਜ਼ਮੀਨ ਦੇ ਵਿੱਚ ਲਾਉਣੀਆਂ ਨੇ, ਉਸ ਤੋਂ ਬਾਅਦ ਚੌਕੀ ਗੋਡੀ ਕਰਨੀ, ਖਾਦ ਪਾਉਣੀ, ਪਾਣੀ ਲਾਉਣਾ, ਉਸ ਤੋਂ ਬਾਅਦ ਇਹਨੇ 3-4 ਸਾਲ 'ਚ ਤਿਆਰ ਹੋਣਾ। ਉਸ ਤੋਂ ਬਾਅਦ ਇਹ ਅੱਛਾ, ਤੁਸੀਂ ਉਹ ਕਹਿ ਰਹੇ ਸੀ ਕਿ ਪਹਿਲੀ ਜ਼ਮੀਨ ਜਦੋਂ ਇਹਦੀ ਕਾਸ਼ਤਕਾਰੀ ਕੀ ਜਾਂਦੀ ਉਹਦੇ ਤੇ ਕਿੰਨੀ ਦੇਰ ਲੱਗਦੀ ਹੈ, ਕਿਤਨੇ ਅਰਸੇ ਬਾਅਦ ਇਹਨੂੰ ਚੁੱਕ ਲੈਂਦੇ ਨੇ, ਫਿਰ ਦੂਸਰਾ, ਫਿਰ ਤੀਸਰਾ ਮਰਹਲਾ ਕਿਵੇਂ? ਪਹਿਲੀ ਜਿਹੜੀ ਫਸਲ ਹੁੰਦੀ ਉਹ 4 ਤੋਂ 5 ਸਾਲ 'ਚ ਤਿਆਰ ਹੁੰਦੀ। ਅੱਛਾ, ਉਸ ਤੋਂ ਬਾਅਦ ਜਿਹੜੀ ਕਟਾਈ ਕਰਕੇ ਉਸ ਤੋਂ ਬਾਅਦ ਜਿਹੜੀ ਫਸਲ ਦੁਬਾਰਾ ਤਿਆਰ ਹੁੰਦੀ ਉਹ 3 ਸਾਲ ਬਾਅਦ ਹੁੰਦੀ। ਇਹ ਦੂਸਰੀ ਕੋਈ ਵੀ ਫਸਲ ਕੀਤੀ ਜਾਵੇ ਉਹਨੂੰ ਖਾਦ ਲਾਣੀ ਪੈਂਦੀ, ਪਾਣੀ, ਸਪਰੇ, ਸਾਰੀ ਚੀਜ਼ਾਂ, ਇਹਨੂੰ ਕੀ ਕੀ ਚੀਜ਼ ਲਾਣੀ ਜਾਂਦੀ ਹੈ? ਇਹਨੂੰ ਸਾਲ 'ਚ ਤੇ ਇੱਕ ਵਾਰੀ ਹੁੰਦਾ ਨਾ ਕਿ ਖਾਦ ਲਾਵੀ ਦੀ ਅੱਜ ਕੱਲ੍ਹ ਆਣ ਕੇ, ਉਸ ਤੋਂ ਬਾਅਦ ਮਹੀਨੇ ਬਾਅਦ ਪਾਣੀ ਲਾ ਦਿਓ, 1.5 ਮਹੀਨੇ ਬਾਅਦ ਲਾ 2 ਮਹੀਨੇ, ਜਦੋਂ ਮਰਜ਼ੀ ਪਾਣੀ ਲਾ ਲਓ, ਪਾਣੀ ਦਾ ਕੋਈ ਮਸਲਾ ਨਹੀਂ। ਅੱਛਾ, ਇਹਦੀ ਮਾਰਕੀਟ ਕਿੱਥੇ ਕਿੱਥੇ ਸਪਲਾਈ ਹੁੰਦਾ ਤੇ ਕਿੱਥੇ ਕਿੱਥੇ ਪਹੁੰਚਾਇਆ ਜਾਂਦਾ ਜਦੋਂ ਫੁੱਲ ਤਿਆਰ ਹੋ ਜਾਂਦਾ? ਜਦੋਂ ਤਿਆਰ ਹੁੰਦਾ ਜੇ ਸੇਠ ਆਣ ਕੇ ਖਰੀਦਦੇ ਨੇ ਇਸ ਤੋਂ, ਉਸ ਤੋਂ ਬਾਅਦ ਕਟਾਈ ਹੋ ਕੇ ਪੱਤੋ ਕੀ ਜਾਂਦਾ ਨਿਜ਼ਾਮਪੁਰੇ, ਗੰਡਾ ਸਿੰਘ, ਉਸ ਤੋਂ ਬਾਅਦ ਕਰਾਚੀ, ਪਿਸ਼ਾਵਰ, ਪੂਰੀ ਦੁਨੀਆ ਦੇ ਹਰ ਮੁਲਕ 'ਚ ਜਾਂਦਾ। ਅੱਛਾ, ਮੈਨੂੰ ਇਹ ਦੱਸੋ ਕਿ ਇੱਥੋਂ ਦਾ ਹਰ ਸ਼ਖਸ ਹੀ ਇਹਦੇ ਨਾਲ ਮੁਨਸਲਿਕ ਹੈ ਤੇ ਇਹ ਬਿਜ਼ਨਸ ਜਿਹੜਾ ਸਟਾਰਟ ਕੀਤਾ ਸੀ ਇਹਦੇ ਵਿੱਚ ਤੇ ਦੂਸਰੀ ਫਸਲ ਵਿੱਚ ਕਿੰਨਾ ਮੁਨਾਫਾ ਹੈ ਤੇ ਕੀ ਫਰਕ ਹੈ? ਇਹਦੇ 'ਚ ਮੁਨਾਫਾ ਦੂਸਰੀ ਫਸਲ 'ਚ ਮਿਹਨਤ ਜ਼ਿਆਦਾ ਹੁੰਦੀ, ਆਮਦਨੀ ਕੋਈ ਨਹੀਂ ਹੁੰਦੀ। ਇਹਦੇ 'ਚ ਮਿਹਨਤ ਘੱਟ ਹੁੰਦੀ, ਆਮਦਨੀ ਜ਼ਿਆਦਾ ਹੁੰਦੀ। ਕਿਤਨੀ ਹੁੰਦੀ ਕਮ ਸੇ ਕਮ ਦੱਸੋ ਜ਼ਰਾ, ਕੰਮ ਕਿੱਲੇ ਕਿਤਨੇ ਦਾ ਹੁੰਦਾ? ਕੰਮ ਤੋਂ ਕੰਮ ਪਹਿਲੋਂ 40-50 ਹਜ਼ਾਰ ਦਾ ਵਿਕਦਾ ਸੀ, ਫਿਰ ਲੱਖ, 1.5 ਲੱਖ ਦਾ, ਫਿਰ 2-2.5 ਲੱਖ ਦਾ, ਹੁਣ 5-7 ਲੱਖ ਦਾ ਕਿੱਲਾ, ਯਾਨੀ 5-7 ਲੱਖ ਦੇ। ਇਹਦੇ ਤੇ ਖਰਚਾ ਕਿਤਨਾ ਆਉਂਦਾ? ਇਹਦੇ ਤੇ ਖਰਚਾ ਹੁੰਦਾ ਨਾ ਕਿ ਸਾਲ ਦਾ ਆਉਂਦਾ 3 ਸਾਲ ਬਾਅਦ ਖਰਚਾ ਲੱਖ, 1.5 ਲੱਖ ਰੁਪਇਆ ਆਏ। ਅੱਛਾ, ਬੜਾ ਅੱਛਾ ਇੱਕ ਯੂਨੀਕ ਆਈਡੀਆ ਹੈ। ਅੱਛਾ, ਸਾਰੇ ਇਹਦੇ ਨਾਲ ਮੁਨਸਲਿਕ ਹੈਗੇ ਨੇ ਤਕਰੀਬਨ ਟੋਟਲ ਪੂਰਾ ਗਾਂव ਹੀ ਪਹਿਲੇ ਗਰੀਬ ਹੁੰਦਾ ਸੀ, ਇਹ ਕੰਮ ਸਟਾਰਟ ਹੋਣ ਤੋਂ ਬਾਅਦ ਅੱਜ ਇੱਕ ਲਗਜ਼ਰੀ ਲਾਈਫ ਸਟਾਈਲ ਗੁਜ਼ਾਰ ਰਹੇ ਨੇ ਸਾਰੇ ਗਾਂव ਵਾਲੇ। ਇਹਦੇ ਵਿੱਚ ਕੀ ਹਕੀਕਤ? ਇਹਦੇ ਵਿੱਚ ਹਕੀਕਤ ਇਹ ਵੀ ਅੱਜ ਤੋਂ 30-35-40 ਸਾਲ ਪਹਿਲਾਂ ਲੋਕ ਗਰੀਬ ਹੁੰਦੇ ਸੀ, ਹੁਣ ਖੁਸ਼ਹਾਲ ਨੇ। ਬਾਂਸਾਂ ਦੀ ਫਸਲ ਅੱਛੀ ਹੁੰਦੀ ਹੈ, ਲੋਕਾਂ ਦੀ ਜ਼ਮੀਨ 2-4 ਏਕੜ 10 ਏਕੜ ਬਾਂਸ ਵੇਚੇ, 40-50 ਲੱਖ ਦੇ ਆਪਦਾ ਕਾਰੋਬਾਰ ਕੀਤਾ, ਖੁਸ਼ਹਾਲ ਨੇ। ਅੱਛਾ, ਅੱਛਾ, ਤੁਸੀਂ ਇਹ ਦੱਸੋ ਤੁਸੀਂ ਕਿਤਨੀ, ਤੁਹਾਡੀ ਆਪਣੀ ਜ਼ਾਤੀ ਜ਼ਮੀਨ ਕਿਤਨੀ ਹੈ ਤੇ ਕਿਤਨੇ ਅਰਸੇ ਤੋਂ ਇਹ ਕੰਮ ਹੀ ਕਰ ਰਹੇ ਹੋ? ਮੈਨੂੰ ਕਰੀਬਨ 50 ਸਾਲ ਉਮਰ ਹੋ ਗਈ, 30-35 ਸਾਲ ਹੋ ਗਿਆ ਹੋਈ ਸੰਭਾਲੀ ਨੂੰ। ਉਦੋਂ ਦਾ ਬਾਂਸਾਂ ਦਾ ਇਹੋ ਹੀ ਕਾਰੋਬਾਰ ਹੈ। ਆ 4 ਏਕੜ ਜ਼ਮੀਨ ਆਪਦੀ। ਅੱਛਾ, ਅੱਛਾ, ਮੈਨੂੰ ਇਹ ਦੱਸੋ ਇਹ ਬਾਂਸ ਕਿਸ ਚੀਜ਼ ਦੇ ਕੰਮ ਆਉਂਦੇ ਨੇ, ਕਿਉਂਕਿ ਕੀ ਚੀਜ਼ਾਂ ਇਹਦੇ ਤੋਂ ਬਣਦੀਆਂ ਨੇ? ਇਹਦੇ ਤੋਂ ਸਿਰਕੀਆਂ ਬਣਦੀਆਂ ਨੇ, ਲੋਕਾਂ ਦੀ ਛੱਤਾਂ ਪਾਉਂਦੇ ਨੇ, ਹਰ ਕਾਰੋਬਾਰ ਹਰ ਜਗ੍ਹਾ ਤੇ ਬਾਂਸ ਇਸਤੇਮਾਲ ਹੁੰਦਾ ਹੈ।